ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਤੀ ਦਿਨ ਸਫ਼ਰ ਕਰਦੇ ਚਲੇ ਜਾ ਰਹੇ ਸਨ। ਇਸ ਤਰ੍ਹਾਂ ਪੰਜਾਬ ਤੋਂ ਚੱਲ ਕੇ ਸਤਿਗੁਰੂ ਜੀ ਮਾਰਵਾੜ ਦੇ ਦੇਸ਼ ਵਿੱਚ ਪਹੁੰਚ ਗਏ। ਅੱਗੇ ਇੱਕ ਸ਼ਹਿਰ ਆਉਂਦਾ ਹੈ ਨਾਰਾਇਣਪੁਰ, ਜਿਸ ਸਥਾਨ ਨੂੰ ਦਾਦੂ ਦੁਆਰਾ ਕਹਿੰਦੇ ਸਨ। ਉਸ ਨੂੰ ਵੇਖ ਕੇ ਗੁਰੂ ਜੀ ਨੇ ਉੱਥੇ ਹੀ ਡੇਰਾ ਕਰ ਲਿਆ। ਉਹ ਸਥਾਨ ਬਹੁਤ ਸੁੰਦਰ ਤੇ ਰਮਣੀਕ ਸੀ। ਘੋੜੇ ਤੋਂ ਉਤਰ ਕੇ ਗੁਰੂ ਜੀ ਬੈਠ ਗਏ ਤੇ ਸਿੰਘ ਵੀ ਉਸ ਥਾਂ ਆ ਬੈਠੇ। ਹੌਲੀ ਹੌਲੀ ਸਾਰੀ ਵਹੀ ਆ ਗਈ। ਜਦ ਸਾਰੇ ਉਤਰ ਪਏ ਤਾਂ ਬਹੁਤ ਭੀੜ ਹੋ ਗਈ। ਘੋੜੇ ਬਹੁਤ ਉੱਚੀ ਉੱਚੀ ਹਿਣਕ ਰਹੇ ਸਨ ਤੇ ਕਿੱਲੇ ਗੱਡਣ ਦੀ ਬੜੀ ਉੱਚੀ ਆਵਾਜ਼ ਆ ਰਹੀ ਸੀ। ਕਈ ਦਾਦੂ ਦੁਆਰਾ ਵੇਖ ਰਹੇ ਸਨ, ਕੋਈ ਘਾਹ ਬਾਲਣ ਆਦਿ ਲੈਣ ਗਿਆ ਸੀ। ਉੱਥੇ ਇੱਕ ਜੈਦ ਸਾਹਿਬ ਮਹੰਤ ਰਹਿੰਦਾ ਸੀ, ਜਿਹੜਾ ਸ਼ੁਭ ਸ਼ਾਂਤ ਰੂਪ ਸੀ ਤੇ ਵੱਡਾ ਕਰਾਮਾਤ ਸਹਿਤ ਸੀ। ਸੈਂਕੜੇ ਦਾਦੂ ਮਤ ਦੇ ਸਾਧ ਪ੍ਰਲੋਕ ਦੀ ਸਾਧਨਾ ਵਿੱਚ ਲੱਗੇ ਰਹਿੰਦੇ ਸਨ। ਇਸ਼ਨਾਨ ਕਰਕੇ ਬਿਰਤੀ ਨੂੰ ਰੋਕਦੇ ਸਨ। ਇੱਕ ਰੂਪ ਸਾਰੇ ਲੋਕ ਵੇਖਦੇ ਸਨ। ਦਇਆ, ਖਿਮਾ, ਧੀਰਜ, ਸੰਤੋਖ, ਨਿਰਹੰਕਾਰ ਤੇ ਕਾਮ ਰਹਿਤ ਰਹਿੰਦੇ ਸਨ। ਦਾਦੂ ਨੇ ਬੜੀ ਸੁੰਦਰ ਬਾਣੀ ਬਣਾਈ ਹੋਈ ਸੀ। ਕਈ ਮਨ ਲਾ ਕੇ ਬੈਠ ਕੇ ਪੜ੍ਹਦੇ ਸਨ। ਗੁਰੂ ਦਲ ਦੇ ਕਈ ਮਨੁੱਖ ਉਹਨਾਂ ਪਾਸ ਚੱਲ ਕੇ ਗਏ। ਉਹਨਾਂ ਨੂੰ ਮਹੰਤ ਪੁੱਛਣ ਲੱਗਾ, ਇੱਥੇ ਕਿਸ ਨੇ ਉਤਾਰਾ ਕੀਤਾ ਹੈ? ਇਹ ਕਿੱਥੋਂ ਚੱਲ ਕੇ ਆਏ ਹਨ? ਕਿਸ ਕਾਰਜ ਵਾਸਤੇ ਅੱਗੇ ਜਾ ਰਹੇ ਹਨ? ਸਾਰਿਆਂ ਨੇ ਸੁਣ ਕੇ ਪ੍ਰਸੰਗ ਉਚਾਰਨ ਕੀਤਾ, ਇੱਥੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਤਾਰਾ ਕੀਤਾ ਹੈ, ਜਿਨ੍ਹਾਂ ਦੀ ਰਾਜਧਾਨੀ ਸ਼੍ਰੀ ਅਨੰਦਪੁਰ ਸਾਹਿਬ ਹੈ। ਉਹਨਾਂ ਦਾ ਤੁਰਕਾਂ ਨਾਲ ਬਹੁਤ ਵੈਰ ਵੱਧ ਗਿਆ ਹੈ। ਕਈ ਲੱਖ ਯੋਧਾ ਜਿਨ੍ਹਾਂ ਨੇ ਮਾਰਿਆ ਹੈ ਤੇ ਬਹੁਤ ਵਾਰ ਯੁੱਧ ਮਚਾਇਆ ਹੈ। ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਯੁੱਧ ਹੋਏ ਹਨ। ਫਿਰ ਚਮਕੌਰ ਸਾਹਿਬ ਵਿਖੇ ਤੁਰਕ ਬਹੁਤ ਛਾ ਗਏ। ਫਿਰ ਮੁਕਤਸਰ ਵਿੱਚ ਜੰਗ ਹੋਇਆ। ਉਹੀ ਗੁਰੂ ਜੀ ਹੁਣ ਇੱਧਰ ਆ ਰਹੇ ਹਨ। ਦੋਵੇਂ ਸਾਹਿਬਜ਼ਾਦੇ ਯੁੱਧ ਵਿੱਚ ਸ਼ਹੀਦ ਹੋ ਗਏ ਹਨ। ਦੋ ਛੋਟੇ ਸਾਹਿਬਜ਼ਾਦੇ ਤੁਰਕਾਂ ਨੇ ਫੜ ਲਏ ਹਨ। ਇਸ ਪ੍ਰਕਾਰ ਚਾਰੇ ਉਹਨਾਂ ਦੇ ਸਿਰ ਚੜ੍ਹੇ ਹਨ। ਵੈਰੀ ਦਾ ਰਾਜ ਤੇਜ਼ ਨਿਤ ਦੂਰ ਕਰਦੇ ਹਨ। ਮਹੰਤ ਜੈਤ ਨੇ ਸਾਰੀ ਗੱਲ ਸੁਣੀ। ਆਪਣੇ ਹਿਰਦੇ ਵਿੱਚ ਗੁਰੂ ਜੀ ਬਾਰੇ ਸੁਣ ਕੇ ਬੜਾ ਅਚਰਜ ਹੋਇਆ। ਉਸਨੇ ਫਿਰ ਸਾਰੇ ਸਾਧਾਂ ਨੂੰ ਇਕੱਠਿਆਂ ਕੀਤਾ ਤੇ ਸਾਰੇ ਦਰਸ਼ਨ ਕਰਨ ਵਾਸਤੇ ਚੱਲ ਪਏ। ਜਿੱਥੇ ਗੁਰੂ ਜੀ ਦੀਵਾਨ ਲਾ ਕੇ ਬੈਠੇ ਸਨ, ਉੱਥੇ ਗੁਰੂ ਜੀ ਦੀ ਮਹਿਮਾ ਬਾਰੇ ਵਿਚਾਰ ਕਰਦੇ ਪਹੁੰਚ ਗਏ। ਫਿਰ ਗੁਰੂ ਜੀ ਦੇ ਨੇੜੇ ਹੋ ਕੇ ਨਮਸਕਾਰ ਕੀਤੀ। ਗੁਰੂ ਜੀ ਨੇ ਮਹੰਤ ਨੂੰ ਉਸ ਸਮੇਂ ਵੇਖ ਕੇ ਬੜੇ ਆਦਰ ਨਾਲ ਆਪਣੇ ਪਾਸ ਬਿਠਾਇਆ। ਉਹ ਬੈਠ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਨਾਲ ਭਰ ਗਿਆ। ਸਾਹਿਬਜ਼ਾਦਿਆਂ ਦੀ ਗਾਥਾ ਕਹਿ ਕੇ ਉਹ ਸਤਿਗੁਰੂ ਜੀ ਦੇ ਨਾਲ ਬੋਲਦਾ ਪਿਆ ਸੀ। ਇਸੇ ਕਰਕੇ ਸ਼੍ਰੀ ਦਾਦੂ ਜੀ ਨੇ ਕਿਹਾ ਹੈ, ਦਾਵਾ ਰਹਿਤ ਹੋ ਕੇ ਬਹੁਤ ਸੁੱਖ ਪ੍ਰਾਪਤ ਹੁੰਦਾ ਹੈ। ਹੇ ਦਾਦੂ, ਕਿਸੇ ਪਦਾਰਥ ਜਾਂ ਵਸਤੂ ਉੱਪਰ ਆਪਣਾ ਹੱਕ ਦੂਰ ਕਰ ਤੇ ਬਗੈਰ ਹੱਕ ਦੇ ਦਿਨ ਕਟਾਈ ਕਰੋ। ਇਸ ਪੰਸਾਰੀ ਦੀ ਹੱਟੀ ਉੱਪਰ ਕਈ ਸੌਦੇ ਕਰ ਗਏ ਹਨ। ਦਾਵਾ ਕਰਨ ਵਿੱਚ ਹੀ ਵੱਡੇ ਦੁੱਖ ਹਨ। ਇੰਨੇ ਝਗੜੇ ਉੱਠਦੇ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। ਦਾਵਾ ਨਾ ਕਰਨ ਵਿੱਚ ਹੀ ਸਾਰੇ ਸੁੱਖ ਹਨ। ਖਿਮਾ ਕਰਨ ਤੇ ਮਨੁੱਖ ਲਾਭ ਪ੍ਰਾਪਤ ਕਰਦੇ ਹਨ। ਸਤਿਗੁਰੂ ਜੀ ਨੇ ਸੁਣ ਕੇ ਫਿਰ ਉਸ ਨੂੰ ਸੁਣਾਇਆ, ਸੰਤਾਂ ਦਾ ਮਤ ਇਸ ਪ੍ਰਕਾਰ ਬਣਿਆ ਹੈ, ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੈ, ਉਹਨਾਂ ਦੀ ਗਤੀ ਸੁਣੋ ਜਿਵੇਂ ਵਰਣਨ ਕੀਤੀ ਹੈ। ਹੇ ਦਾਦੂ, ਦਾਵਾ ਬਣ ਕੇ ਸਾਰਿਆਂ ਨੂੰ ਲੁੱਟ ਲਈਏ। ਇੱਕ ਖਾਲਸਾ ਹੀ ਰਹੇਗਾ, ਹੋਰ ਸਾਰੇ ਹੁੱਟ ਕੇ ਮਰ ਜਾਣਗੇ। ਹਿੰਦੂਆਂ ਤੁਰਕਾਂ ਦਾ ਧਰਮ ਵਿਗਾੜਿਆ ਹੈ ਤੇ ਹਿਰਦੇ ਦਾ ਸਾਰਾ ਨਿਸ਼ਚਾ ਦੂਰ ਕੀਤਾ ਹੈ। ਸ਼ਸਤਰ ਫੜ ਕੇ ਇਹਨਾਂ ਨੂੰ ਦੰਡ ਦਿਓ। ਇਹਨਾਂ ਦੁਸ਼ਟਾਂ ਦੇ ਮਰਨ ਨਾਲ ਧਰਮ ਬਚ ਜਾਂਦਾ ਹੈ। ਜੈਤ ਕਹਿੰਦਾ ਸੀ, ਸਾਡੇ ਗੁਰੂ ਜੀ ਨੇ ਕਿਹਾ ਹੈ,
ਖੇਮਾ ਵਿੱਚ ਸਾਰੇ ਗੁਣ ਰੱਖੇ ਹਨ, ਜਿਵੇਂ ਕਰਨਾ ਹੈ ਉਹ ਰਾਹ ਦੱਸਿਆ ਹੈ। ਫਿਰ ਇੱਕ ਹੋਰ ਦੋਹਰਾ ਕਹਿ ਕੇ ਸੁਣਾਇਆ, ਦਾਦੂ ਸਮਾਂ ਵਿਚਾਰ ਕੇ ਕੱਲ ਦਾ ਖਿਆਲ ਕਰੋ, ਜੇ ਕੋਈ ਢੀਮ ਇੱਟ ਮਾਰੇ ਤਾਂ ਸਿਰ ਲੁਕਾ ਲਓ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਤੁਹਾਡਾ ਇਸ ਪ੍ਰਕਾਰ ਕਰਨਾ ਤੁਹਾਡੇ ਪੰਥ ਦੇ ਵਾਸਤੇ ਵਰਣਨ ਕੀਤਾ ਹੈ, ਪਰ ਜਿਨ੍ਹਾਂ ਨੂੰ ਕੁਕਰਮ ਤੋਂ ਹਟਾਉਣਾ ਹੈ ਉਹਨਾਂ ਨੂੰ ਹੋਰ ਵਿਧੀ ਨਾਲ ਵਰਣਨ ਕਰਨਾ ਹੈ। ਹੇ ਦਾਦੂ, ਸਮਾਂ ਵਿਚਾਰ ਕੇ ਕੱਲ ਦਾ ਖਿਆਲ ਕਰੋ, ਜੇ ਕੋਈ ਇੱਟ ਢੀਮ ਮਾਰੇ ਉਸ ਨੂੰ ਗੁੱਸੇ ਵਿੱਚ ਆ ਕੇ ਪੱਥਰ ਮਾਰੋ। ਸਭਾ ਵਿੱਚ ਬਹੁਤ ਸਿੰਘਾਂ ਅਤੇ ਸਾਧੂਆਂ ਨੇ ਸੁਣ ਕੇ ਕਿਹਾ, ਦੁਸ਼ਟਾਂ ਦੇ ਅਪਰਾਧ ਨੂੰ ਨਹੀਂ ਬਰਦਾਸ਼ਤ ਕਰਾਂਗੇ। ਖੁਸ਼ੀ ਵਧਾ ਕੇ ਸਾਰੇ ਹੱਸ ਪਏ। ਵਾਹ ਵਾਹ ਬਚਨ ਕਹਿ ਕੇ ਸੁਣਾਏ ਹਨ। ਦੋਵਾਂ ਪੱਖਾਂ ਦੀਆਂ ਦੋਵੇਂ ਗੱਲਾਂ ਸਭਾ ਵਿੱਚ ਸ਼ੁਭ ਢੰਗ ਨਾਲ ਪ੍ਰਗਟ ਹੋ ਗਈਆਂ। ਗੁਰੂ ਜੀ ਨੇ ਕਿਹਾ, ਹੁਣ ਕਲਯੁਗ ਦਾ ਸਮਾਂ ਆ ਗਿਆ ਹੈ, ਦੁਸ਼ਟਾਂ ਦਾ ਵਿਕਰਾਲ ਤੇਜ ਵੱਧ ਗਿਆ ਹੈ। ਸੰਤ, ਗਰੀਬ, ਗਊ, ਬ੍ਰਾਹਮਣਾਂ ਦੇ ਦੋਖੀ, ਮੂਰਖ, ਕ੍ਰੋਧੀ ਅਵੱਗਿਆ ਕਰਦੇ ਹਨ, ਉਹਨਾਂ ਨੂੰ ਦੰਡ ਦੇਣਾ ਹੀ ਬਣਦਾ ਹੈ। ਇੱਥੇ ਖਿਮਾ ਧਾਰਨੀ ਨਹੀਂ ਨਿਭਦੀ। ਤਲਵਾਰ, ਬੰਦੂਕ, ਤਿੱਖੇ ਤੀਰ ਧਾਰਨ ਕਰਕੇ ਇਹਨਾਂ ਨੂੰ ਆਪਣੇ ਹਥਿਆਰਾਂ ਦਾ ਤੇਜ ਦਿਖਾਵੇ ਤਾਂ ਕਲਯੁਗ ਦੇ ਸਮੇਂ ਵਿੱਚ ਬਾਣ ਆਵੇਗੀ। ਮਾਰ ਕੇ ਜਿੱਤਾਂਗੇ ਤੇ ਚਿੰਤਾ ਦੂਰ ਕਰਾਂਗੇ। ਸੁੱਧ ਬੁੱਧ ਸਹਿਤ ਇਸ ਵਿੱਚ ਸਾਰੇ ਭਲੇ ਗੁਣ ਹਨ। ਮਨੁੱਖ ਆਪਣੇ ਦਿਲ ਵਿੱਚੋਂ ਕਲਯੁਗ ਨੂੰ ਦੂਰ ਕਰਦਾ ਹੈ। ਸ਼ਸਤਰ ਧਾਰਨ ਕਰਕੇ ਸਤਨਾਮ ਦਾ ਸਿਮਰਨ ਕਰੇ ਤੇ ਧਰਮ ਧਾਰ ਕੇ ਦੇਵਤਾ ਲੋਕ ਵਿੱਚ ਪਹੁੰਚੇ। ਇਸ ਕਾਰਨ ਨਵਾਂ ਪੰਥ ਪ੍ਰਗਟ ਕੀਤਾ ਹੈ, ਹਥਿਆਰ ਦੇ ਕੇ ਵੀਰ ਰਸ ਵਧਾਇਆ ਹੈ। ਇਸ ਪ੍ਰਕਾਰ ਬਚਨ ਵਿਲਾਸ ਕੀਤੇ। ਦੋਵਾਂ ਪਾਸਿਆਂ ਦੇ ਸਾਰੇ ਲੋਕ ਇਸ ਪ੍ਰਕਾਰ ਵਾਰਤਾਲਾਪ ਸੁਣ ਕੇ ਬਹੁਤ ਪ੍ਰਸੰਨ ਹੋਏ। ਫਿਰ ਜੈਤ ਸਾਧ ਨੇ ਹੱਥ ਜੋੜ ਕੇ ਉਚਾਰਨ ਕੀਤਾ, ਅੱਜ ਸਾਡੇ ਲੰਗਰ ਤੋਂ ਭੰਡਾਰਾ ਲਵੋ। ਸ਼੍ਰੀ ਦਾਦੂ ਨੇ ਇਸ ਪ੍ਰਕਾਰ ਹੁਕਮ ਕੀਤਾ ਹੈ, ਜਿਹੜਾ ਵੀ ਇੱਥੇ ਆਵੇ ਸਾਰਿਆਂ ਨੂੰ ਖਾਣਾ ਦਿਓ। ਇਸ ਕਰਕੇ ਸਾਡਾ ਪ੍ਰੇਮ ਲਵੋ ਤੇ ਦਲ ਸਹਿਤ ਸਾਰੇ ਭੋਜਨ ਅੰਗੀਕਾਰ ਕਰੋ। ਸਤਿਗੁਰੂ ਜੀ ਇਹ ਸੁਣ ਕੇ ਮੁਸਕਰਾਏ ਤੇ ਉਸ ਨੂੰ ਪਰਖਣ ਵਾਸਤੇ ਬੋਲੇ, ਸਾਡੇ ਪਾਸ ਬਾਜ ਬਹੁਤ ਹਨ, ਉਹਨਾਂ ਨੇ ਵੀ ਇਸ ਸਮੇਂ ਭੋਜਨ ਨਹੀਂ ਪਾਇਆ ਹੈ। ਇਹਨਾਂ ਨੂੰ ਪਹਿਲਾਂ ਤ੍ਰਿਪਤ ਕਰ ਲਓ, ਫਿਰ ਬਾਅਦ ਵਿੱਚ ਸਾਨੂੰ ਲੰਗਰ ਛਕਾਓ। ਇਹ ਸੁਣ ਕੇ ਸਾਧ ਵਿੱਚ ਦੁਚਿੱਤੀ ਪੈਦਾ ਹੋ ਗਈ। ਇਹ ਅਣਬਣ ਕਿਸ ਤਰ੍ਹਾਂ ਬਣ ਗਈ ਹੈ? ਧਰਮ ਅਹਿੰਸਾ ਸਦਾ ਸਾਡੇ ਵਿੱਚ ਹੈ। ਬਾਜ ਮਾਸ ਤੋਂ ਬਗੈਰ ਤ੍ਰਿਪਤ ਨਹੀਂ ਹੋ ਸਕਦੇ ਹਨ। ਸਤਿਗੁਰੂ ਜੀ ਵੀ ਇਸ ਪ੍ਰਕਾਰ ਚੰਗੀ ਤਰ੍ਹਾਂ ਜਾਣਦੇ ਹਨ, ਫਿਰ ਵੀ ਸਾਡੇ ਪਾਸੋਂ ਮਾਸ ਮੰਗਦੇ ਹਨ। ਉਹਨਾਂ ਨੇ ਪਰਖਣ ਵਾਸਤੇ ਇਸ ਪ੍ਰਕਾਰ ਕਿਹਾ ਜਾਪਦਾ ਹੈ। ਫਿਰ ਹਿਰਦੇ ਵਿੱਚ ਸਮਝ ਕੇ ਬੋਲਿਆ, ਆਪ ਜੀ ਦੇ ਪਾਸ ਬਹੁਤ ਬਾਜ ਹਨ। ਅੱਜ ਅਸੀਂ ਬੇਨਤੀ ਉਚਾਰਨ ਕਰਕੇ ਕਹਿੰਦੇ ਹਾਂ, ਸਾਧਾਂ ਦੀ ਹੁਣ ਮਰਜ਼ੀ ਮੰਨੋ ਤੇ ਜਵਾਰ ਬਾਜਰੇ ਦਾ ਖਾਣਾ ਸਵੀਕਾਰ ਕਰੋ। ਭੋਜਨ ਨਾਲ ਜਦ ਸਾਰੇ ਤ੍ਰਿਪਤ ਹੋ ਜਾਣਗੇ, ਫਿਰ ਆਪ ਜੀ ਨੇ ਭੋਜਨ ਛਕ ਲੈਣਾ। ਸਾਧ ਪਾਸੋਂ ਸੁਣ ਕੇ ਗੁਰੂ ਜੀ ਨੇ ਉਚਾਰਨ ਕੀਤਾ, ਅਸੀਂ ਵੀ ਮੰਨਦੇ ਹਾਂ, ਭੋਜਨ ਛਕਾਂਗੇ। ਇਹ ਸੁਣ ਕੇ ਸਾਧ ਪ੍ਰਸੰਨ ਹੋ ਕੇ ਗਿਆ ਤੇ ਜਾ ਕੇ ਸਾਰੀਆਂ ਵਿਧੀਆਂ ਨਾਲ ਤਿਆਰੀ ਕੀਤੀ। ਪਿੱਛੇ ਸਿੰਘਾਂ ਨੇ ਆਪਸ ਵਿੱਚ ਮਿਲ ਕੇ ਰਹਿਤ ਧਾਰ ਕੇ ਵਿਵੇਕ ਵਿਚਾਰ ਕੀਤੀ। ਉਹ ਸਤਿਗੁਰੂ ਜੀ ਨੂੰ ਕਹਿਣ ਲੱਗੇ, ਜਦ ਤੁਸੀਂ ਦਾਦੂ ਦੁਆਰੇ ਆਏ ਸੀ ਤਾਂ ਤੁਸੀਂ ਨਮਸਕਾਰ ਧਨੁਖ ਬਾਣ ਦੇ ਨਾਲ ਕੀਤੀ ਸੀ। ਉਹ ਰਹਿਤ ਤੋਂ ਸਖਣੀ ਖਾਲਸੇ ਨੇ ਸਮਝੀ ਸੀ। ਤੁਹਾਨੂੰ ਤਨਖਾਹ ਲਾਉਣੀ ਉਚਿਤ ਹੈ। ਆਪ ਹਿਰਦੇ ਵਿੱਚ ਸਦਾ ਅਭੁੱਲ ਰਹਿੰਦੇ ਹੋ, ਸਾਰੇ ਜਗਤ ਦੇ ਔਗਣ ਬਖਸ਼ਦੇ ਹੋ। ਹੁਣ ਖਾਲਸੇ ਪਾਸੋਂ ਆਪਣੇ ਆਪ ਨੂੰ ਬਖਸ਼ਾ ਲਓ। ਸਤਿਗੁਰੂ ਜੀ ਵਿਵੇਕ ਨੂੰ ਸੁਣ ਕੇ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਕਿਹਾ, ਗੁਰੂ ਖਾਲਸਾ ਧੰਨ ਹੈ, ਅਸੀਂ ਤੁਹਾਨੂੰ ਪਰਖਣ ਵਾਸਤੇ ਇਸ ਪ੍ਰਕਾਰ ਨਮਸਕਾਰ ਕੀਤੀ ਸੀ, ਇਹ ਵੇਖਣ ਲਈ ਕਿ ਸਾਡੇ ਸਿੰਘ ਹੁਣ ਤੱਕ ਸੁਚੇਤ ਹੋਏ ਹਨ ਕਿ ਨਹੀਂ। ਤਨਖਾਹ ਲਵੋ ਤੇ ਆਵਾਜ਼ ਦੇ ਕੇ ਸੁਣਾਓ। ਇਸ ਪ੍ਰਕਾਰ ਦੀ ਰਹਿਤ ਸਦਾ ਕਮਾਓ। ਇੱਕ ਸਿੰਘ ਨੇ ਸ਼ਸਤਰਾਂ ਸਮੇਤ ਹੋ ਕੇ ਤਦ ਕਿਹਾ, 5000 ਦਾ ਧਨ ਹੁਣੇ ਹੀ ਦਿਓ। ਇਹ ਸੁਣ ਕੇ ਦੂਸਰੇ ਸਿੰਘ ਨੇ ਕਿਹਾ, ਤੁਸੀਂ ਗੁਰੂ ਜੀ ਤੋਂ ਇਹ ਬਹੁਤ ਧਨ ਮੰਗ ਲਿਆ ਹੈ, 500 ਰੁਪਏ ਦੀ ਆਵਾਜ਼ ਦਿਓ। ਇਹ ਸੁਣ ਕੇ ਉਸ ਸਮੇਂ ਤੀਸਰਾ ਸਿੰਘ ਬੋਲਿਆ, ਇਸ ਨੇ 500 ਵੀ ਬਹੁਤ ਕਿਹਾ ਹੈ, ਮੈਂ ਇਸ ਤੋਂ ਘੱਟ ਕਹਿਣਾ ਚਾਹੁੰਦਾ ਹਾਂ। ਫਿਰ ਚੌਥੇ ਸਿੰਘ ਨੇ ਸਾਰਿਆਂ ਵਿੱਚ ਕਿਹਾ, ਗੁਰੂ ਜੀ ਪਾਸ ਧਨ ਦੀ ਕੋਈ ਪਰਵਾਹ ਨਹੀਂ ਹੈ। ਪੰਜਵਾਂ ਸਿੱਖ ਕਹਿਣ ਲੱਗਾ, 5 ਲੱਖ ਲਾਵੋ, ਹੁਣੇ ਹੀ ਧਨ ਗੁਰੂ ਜੀ ਪਾਸੋਂ ਪਾਓ।
ਇਹ ਸੁਣ ਕੇ ਖਾਲਸੇ ਨੇ ਸਭ ਕੁਝ ਵਿਚਾਰਿਆ ਤੇ ਸਲਾਹ ਕਰਕੇ ਫਿਰ ਉਚਾਰਨ ਕੀਤਾ, ਜਿੰਨਾ ਕਹੋ ਗੁਰੂ ਜੀ ਉਹਨਾਂ ਧਨ ਦੇ ਦੇਣਗੇ, ਪਰ ਫਿਰ ਸਿੰਘਾਂ ਉੱਪਰ ਇੰਨਾ ਲੱਗ ਜਾਵੇਗਾ, ਫਿਰ ਕੌਣ ਦੇ ਸਕੇਗਾ। ਇਸ ਬਾਰੇ ਵਿਚਾਰ ਨਹੀਂ ਕਰਦੇ ਹੋ, ਇਸ ਕਰਕੇ ਉੱਚਿਤ ਉਚਾਰਨ ਕਰੋ। ਤਦ ਸਾਰਿਆਂ ਨੇ ਸਮਝ ਕੇ ਆਵਾਜ਼ ਦਿੱਤੀ, ਮਹਾਰਾਜ ਜੀ 125 ਰੁਪਈਏ ਧਨ ਦੇਣ। ਸਤਿਗੁਰੂ ਜੀ ਨੇ ਤਨਖਾਹ ਮਨਜ਼ੂਰ ਕਰਕੇ ਸਰਬ ਖਾਲਸੇ ਪਾਸ ਦੇ ਦਿੱਤੀ। ਸਿੰਘਾਂ ਨੇ ਲੈ ਕੇ ਕਾਰਜ ਤੇ ਲਾ ਲਈ ਤੇ ਲੰਗਰ ਵਾਸਤੇ ਇੱਕ ਤੰਬੂ ਬਣਵਾਇਆ। ਸਤਿਗੁਰੂ ਜੀ ਫਿਰ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ, ਹੁਣ ਖਾਲਸਾ ਸੁਚੇਤ ਹੋ ਗਿਆ ਹੈ। ਸਤਿਗੁਰੂ ਜੀ ਨੇ 500 ਰੁਪਈਏ ਦੀ ਭੇਟ ਤਨਖਾਹ ਵਜੋਂ ਦਿੱਤੀ। ਅਸੀਂ ਉਹ ਦਿੱਤੀ ਹੈ ਜਿਹੜੀ ਦੇਣ ਹਿੱਤ ਹੈ। ਤੁਸੀਂ 125 ਰੁਪਈਏ ਧਨ ਦੇਣ ਦੀ ਪੂੰਜੀ ਮੰਗੀ ਹੈ। ਇੰਨੇ ਵਿੱਚ ਜੈਤ ਸਾਧ ਸਾਰਿਆਂ ਦੇ ਨਾਲ ਆਇਆ। ਰਸਦ ਚੁਕਵਾ ਕੇ ਉਹ ਚਾਵਲ ਆਟਾ ਬਣਵਾ ਕੇ ਲਿਆਇਆ ਸੀ। ਘਿਓ ਮਿੱਠਾ ਲਿਆ ਕੇ ਖੜੇ ਸਨ। ਸਾਰੀ ਸਮੱਗਰੀ ਸਤਿਗੁਰੂ ਜੀ ਦੇ ਅੱਗੇ ਧਰ ਦਿੱਤੀ। ਬਹੁਤ ਬਾਜ ਜਿਸ ਥਾਂ ਬੈਠਾਏ ਸਨ, ਜੈਤ ਸਾਧ ਉਹਨਾਂ ਦੇ ਅੱਗੇ ਖੜਾ ਹੋ ਗਿਆ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ, ਤੁਸੀਂ ਸਤਿਗੁਰੂ ਜੀ ਦੇ ਚਤੁਰ ਬਾਜ ਹੋ। ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਹਨ, ਜਿਸ ਕਰਕੇ ਗੁਰੂ ਜੀ ਦੇ ਹੱਥਾਂ ਦਾ ਸਪਰਸ਼ ਨਸੀਬ ਹੋਇਆ ਹੈ। ਇਸ ਘਰ ਨੂੰ ਸਾਧਾਂ ਦਾ ਸਥਾਨ ਸਮਝੋ, ਜਿਨ੍ਹਾਂ ਨੇ ਅਹਿੰਸਾ ਦਾ ਧਰਮ ਮਨ ਵਿੱਚ ਧਾਰਨ ਕੀਤਾ ਹੈ। ਅਸੀਂ ਸਤਿਗੁਰੂ ਜੀ ਦੀ ਪ੍ਰਾਹੁਣਾਚਾਰੀ ਕਰਨੀ ਚਾਹੁੰਦੇ ਹਾਂ। ਹੁਣ ਤੁਹਾਡੇ ਤੱਕ ਗੱਲ ਇਹ ਆਈ ਹੈ, ਅੱਜ ਤੁਸੀਂ ਅਨਾਜ ਦਾ ਆਹਾਰ ਕਰੋ ਤੇ ਮਾਸ ਨੂੰ ਹਿਰਦੇ ਵਿੱਚ ਨਾ ਚਿਤਾਰੋ। ਇੱਥੇ ਸ਼੍ਰੀ ਦਾਦੂ ਦਾ ਭੰਡਾਰਾ ਹੈ, ਜਿੱਥੋਂ ਹਜ਼ਾਰਾਂ ਮਨੁੱਖ ਭੋਜਨ ਛਕਦੇ ਹਨ। ਜੈਤ ਸਾਧ ਪਾਸ ਜਿਹੜੀ ਜਵਾਰ ਬਾਜਰਾ ਸੀ, ਇਸ ਪ੍ਰਕਾਰ ਬਾਜਾਂ ਨੂੰ ਬੇਨਤੀ ਕਰਕੇ ਉਸਨੇ ਉਹਨਾਂ ਦੇ ਅੱਗੇ ਖਿਲਾਰ ਦਿੱਤੀ। ਬਾਜਾਂ ਨੇ ਸਾਧਾਂ ਦੀ ਬੇਨਤੀ ਮੰਨ ਲਈ ਤੇ ਤੁਰੰਤ ਬਹੁਤ ਅਨਾਜ ਛਕ ਲਿਆ। ਕਈ ਸਿੰਘ ਉਹਨਾਂ ਬਾਜਾਂ ਨੂੰ ਜਵਾਰ ਬਾਜਰਾ ਖਾਂਦੇ ਵੇਖਦੇ ਗਏ ਤੇ ਉਹਨਾਂ ਨੇ ਸਾਰਾ ਪ੍ਰਸੰਗ ਗੁਰੂ ਜੀ ਨੂੰ ਸੁਣਾਇਆ। ਹੇ ਸਤਿਗੁਰੂ ਜੀ, ਬਾਜਾਂ ਨੇ ਜਵਾਰ ਖਾਧੀ ਹੈ। ਜੈਤ ਸਾਧ ਨੇ ਜਦ ਬਾਜਾਂ ਨੂੰ ਬੇਨਤੀ ਕੀਤੀ, ਇਹ ਸੁਣ ਕੇ ਗੁਰੂ ਜੀ ਮੁਸਕਰਾ ਕੇ ਬੋਲੇ, ਇੱਛਾ ਅਨੁਸਾਰ ਲੰਗਰ ਵਾਸਤੇ ਰਸਦ ਲੈ ਲਓ। ਫਿਰ ਜੈਤ ਨੇ ਆ ਕੇ ਸਾਰੀ ਰਸਦ ਦਿੱਤੀ। ਗੁਰੂ ਜੀ ਦੇ ਲਾਂਗਰੀਆਂ ਨੇ ਉਹ ਰਸਦ ਲੈ ਲਈ। ਤੁਰੰਤ ਫਿਰ ਲੰਗਰ ਤਿਆਰ ਕੀਤਾ। ਪਹਿਲਾਂ ਇੱਕ ਵਿਸ਼ਾਲ ਥਾਲ ਪਰੋਸਿਆ, ਉਸ ਵਿੱਚ ਸਰਬ ਪ੍ਰਕਾਰ ਦਾ ਭੋਜਨ ਪਾਇਆ ਤੇ ਉਸ ਨੂੰ ਸਤਿਗੁਰੂ ਜੀ ਵਾਸਤੇ ਲੈ ਕੇ ਆਇਆ। ਸਤਿਗੁਰੂ ਜੀ ਨੇ ਥਾਲ ਚੁੱਕ ਕੇ ਰੁਚੀ ਅਨੁਸਾਰ ਭੋਜਨ ਛਕਿਆ। ਫਿਰ ਸਾਰੇ ਸਿੰਘਾਂ ਵਿੱਚ ਭੋਜਨ ਵਰਤਾ ਦਿੱਤਾ। ਮਨ ਭਾਉਂਦਾ ਭੋਜਨ ਛਕ ਕੇ ਸਾਰਿਆਂ ਨੇ ਆਪਣੀ ਭੁੱਖ ਮਿਟਾਈ ਤੇ ਰਾਤ ਸੁੱਖ ਨਾਲ ਸੌਂ ਕੇ ਬਤੀਤ ਕੀਤੀ। ਨੇੜੇ ਨੇੜੇ ਦੇ ਬਹੁਤ ਮਨੁੱਖ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਤੇ ਗੁਰੂ ਜੀ ਦੇ ਦਰਸ਼ਨ ਕਰ ਕਰਕੇ ਉਹਨਾਂ ਨੇ ਸੀਸ ਨਿਵਾਏ। ਫਿਰ ਅਗਲੇ ਦਿਨ ਸਵੇਰ ਹੋਣ ਤੇ ਗੁਰੂ ਜੀ ਨੇ ਤਿਆਰੀ ਕਰਵਾਈ। ਸਤਿਗੁਰੂ ਜੀ ਨੇ ਬਸਤਰ ਸ਼ਸਤਰ ਪਹਿਨ ਲਏ, ਘੋੜੇ ਉੱਤੇ ਸਵਾਰ ਹੋ ਕੇ ਕਾਠੀ ਉੱਪਰ ਬੈਠ ਗਏ। ਫਿਰ ਦਲ ਸਮੇਤ ਕੂਚ ਕਰਕੇ ਚੱਲ ਪਏ। ਸਾਰੇ ਦਿਨ ਵਿੱਚ ਕਈਆਂ ਕੋਹਾਂ ਤੇ ਪਹੁੰਚ ਗਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।